ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ। ਨਮਸਕਾਰ, ਦੈਨਿਕ ਸਵੇਰਾ ਟੀਵੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਪਮਿਲ ਭਾਟੀਆ। ਪੰਜਾਬ ਵਿੱਚ ਅੱਜ ਵੀਕਐਂਡ ਲਾਕਡਾਊਨ ਦੀ ਸ਼ੁਰੂਆਤ ਹੋ ਚੁੱਕੀ ਹੈ, ਪਰ ਪੋਲਿਟਿਕਸ ਦਾ ਕੋਈ ਲਾਕਡਾਊਨ ਜਾਂ ਵੀਕਐਂਡ ਨਹੀਂ ਹੁੰਦਾ। ਪਿਛਲੇ ਦਿਨੀ ਸ਼ਰਾਬ, ਬੀਜ ਅਤੇ ਰਾਸ਼ਨ ਦੇ ਕਥਿਤ ਘੁਟਾਲਿਆਂ ਨੂੰ ਲੈ ਕੇ ਸੱਤਾ ਧਿਰ ਕਾਫੀ ਵਿਵਾਦਾਂ ਵਿੱਚ ਰਹੀ। ਸ਼੍ਰੋਮਣੀ ਅਕਾਲੀ ਦਲ ਨੇ ਲਗਾਤਾਰ ਸਰਕਾਰ ਦੀ ਘੇਰਾਬੰਦੀ ਕਰ ਰਹੀ, ਪਰ ਹੁਣ ਸ਼੍ਰੋਮਣੀ ਅਕਾਲੀ ਦਲ ਅਚਾਨਕ ਹੀ ਬੈਕਫੁੱਟ ਤੇ ਜਾਂਦਾ ਨਜ਼ਰ ਆ ਰਿਹਾ ਹੈ। ਅਕਾਲੀ ਦਲ ਦੀ ਮੌਜੂਦਾ ਸਥਿਤੀ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਹੀ ਖਾਸ ਮਹਿਮਾਨ ਮੌਜੂਦ ਨੇ। ਪਾਰਟੀ ਦੇ ਸੀਨੀਅਰ ਲੀਡਰ ਨੇ ਜਿਨ੍ਹਾਂ ਨੇ ਸਰਪੰਚੀ ਤੋਂ ਆਪਣੇ ਪੋਲੀਟੀਕਲ ਕੈਰੀਅਰ ਦੀ ਸ਼ੁਰੂਆਤ ਕੀਤੀ ਤੇ ਰਾਜ ਸਭਾ ਮੈਂਬਰ ਤੱਕ ਪਹੁੰਚੇ। ਹਾਲ ਹੀ ਦੇ ਵਿੱਚ ਉਹਨਾਂ ਨੂੰ ਪਾਰਟੀ ਦਾ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ ਹੈ। ਸਾਡੇ ਨਾਲ ਮੌਜੂਦ ਨੇ ਬਲਵਿੰਦਰ ਸਿੰਘ ਭੁੰਦੜ। ਭੁੰਦੜ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਮਿਹਰਬਾਨੀ ਜੀ, ਸਤਿ ਸ੍ਰੀ ਅਕਾਲ ਜੀ। ਭੁੰਦੜ ਸਾਹਿਬ, ਤੁਹਾਡੀ ਸਭ ਤੋਂ ਪਹਿਲੀ ਨਿਯੁਕਤੀ ਤੋਂ ਗੱਲਬਾਤ ਸ਼ੁਰੂ ਕਰ ਲੈਂਦੇ ਆ। ਤੁਹਾਡੇ ਪੁਰਾਣੇ ਸਾਥੀ ਸੁਖਦੇਵ ਸਿੰਘ ਢੀਂਡਸਾ ਹੁਣਾਂ ਨੂੰ ਰਿਪਲੇਸ ਕਰ ਦਿੱਤਾ, ਤੁਸੀਂ ਸਕੱਤਰ ਜਨਰਲ ਬਣ ਗਏ। ਗੱਲਬਾਤ ਹੋਈ ਹੈ ਢੀਂਡਸਾ ਸਾਹਿਬ ਨਾਲ? ਪਹਿਲਾਂ ਨਾਰਾਜ਼ਗੀ ਸੀ, ਨਾ ਹੁਣ ਨਾਰਾਜ਼ਗੀ ਹੈ। ਤਕਰੀਬਨ ਸਾਰੀ ਜ਼ਿੰਦਗੀ ਇਕੱਠੇ ਰਹੇ ਹਾਂ। ਤਕਰੀਬਨ ਜੇ ਸੀਨੀਅਰਟੀ ਲਈ ਇਹ ਪਾਰਟੀ ਤਾਂ ਵੀ ਪੂਰਾ ਸੀਨੀਅਰ ਹੀ ਆ, ਮੈਂ ਜੂਨੀਅਰ ਨਹੀਂ। ਇਸ ਕਰਕੇ ਪੁਰਾਣੇ ਸਾਥੀ ਹੈ, ਪਿਆਰ ਹੈ, ਅੱਜ ਵੀ ਪਿਆਰ ਹੈ। ਕੋਈ ਨਹੀਂ, ਪਾਰਟੀਆਂ 'ਚ ਮਤਭੇਦ ਹੁੰਦੇ ਰਹਿੰਦੇ ਨੇ, ਇਹਦੇ ਨਾਲ ਕੋਈ ਦੁਸ਼ਮਣੀ ਥੋੜ੍ਹਾ ਬਣਦੀ ਹੈ। ਨਹੀਂ, ਦੁਸ਼ਮਣੀ ਨਹੀਂ, ਮੈਂ ਵੈਸੇ ਕਿਹਾ ਕਿਉਂਕਿ ਤੁਹਾਡੇ ਪੁਰਾਣੇ ਸਾਥੀ ਹੈ ਨਾ, ਮੈਂ ਉਸੇ ਸੰਦਰਭ 'ਚ ਪੁੱਛਿਆ। ਵਧਾਈ ਦੇ ਦਿੱਤੀ ਢੀਂਡਸਾ ਸਾਹਿਬ ਨੇ? ਕੋਈ ਮੈਂ ਜ਼ਿੰਦਗੀ 'ਚ ਨਾ ਕਿਸੇ ਨੂੰ ਨਾਰਾਜ਼ ਹੋਇਆ ਨਾ ਹੋਵਾਂ। ਕੋਈ ਨਹੀਂ, ਵਧਾਈਆਂ ਆਈ ਜਾਂਦੀਆਂ ਜੀ, ਗੁਰੂ ਕਿਰਪਾ ਕਰੇ। ਤਾਂ ਇਹ ਜਿਹੜੇ ਅਹੁਦੇ ਨੇ ਤਾਂ ਬਹੁਤ ਸਖਤ ਮਿਹਨਤ ਦੇ ਹੁੰਦੇ ਨੇ, ਇਹ ਕੋਈ ਅਹੁਦੇ ਨਹੀਂ ਹੁੰਦੇ। ਇਹ ਪਾਰਟੀ ਦੇ ਵਾਸਤੇ, ਜੱਦੋ ਜਹਿਦ ਵਾਸਤੇ, ਜੋ ਪਾਰਟੀ ਠੀਕ ਸਮਝਦੇ ਬੰਦਿਆਂ ਨੂੰ ਜ਼ਿੰਮੇਵਾਰੀ ਲਾ ਦਿੰਦੀ ਹੈ। ਸੋ ਇਸ ਕਰਕੇ ਮੈਂ ਧੰਨਵਾਦੀ ਹਾਂ ਸੁਖਬੀਰ ਸਿੰਘ ਬਾਦਲ ਜੀ ਦਾ, ਜੋ ਪ੍ਰਧਾਨ ਸਾਹਿਬ ਹੈ, ਅਤੇ ਵੱਡੇਵਾਲ ਸਾਹਿਬ ਦਾ, ਜਿਹਨਾਂ ਨਾਲ ਸਾਰੀ ਜ਼ਿੰਦਗੀ ਕੰਮ ਕੀਤਾ। ਠੀਕ ਹੈ। ਹੁਣ ਜਿਹੜਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਬਿਆਨ ਦਿੱਤਾ ਹੈਗਾ, ਉਹਨਾਂ ਨੇ ਖਾਲਿਸਤਾਨ ਦੀ ਮੰਗ ਦਾ ਸਮਰਥਨ ਕੀਤਾ ਹੈਗਾ। ਸ਼੍ਰੋਮਣੀ ਅਕਾਲੀ ਦਲ ਉਸ ਸਮਰਥਨ ਨੂੰ, ਉਸ ਮੰਗ ਨੂੰ ਕਿਸ ਤਰ੍ਹਾਂ ਦੇ ਨਾਲ ਦੇਖ ਰਿਹਾ ਹੈ? ਕਿਉਂਕਿ ਅਕਾਲੀ ਦਲ ਦੇ ਕੋਈ ਰਿਐਕਸ਼ਨ ਨਹੀਂ ਆ ਰਹੇ ਇਸ ਮੁੱਦੇ ਨੂੰ ਲੈ ਕੇ, ਖਾਮੋਸ਼ ਹੋ ਗਿਆ। ਜੋ ਸਿੰਘ ਸਾਹਿਬ ਹੈ, ਇਹ ਸਿੱਖ ਜਗਤ ਦੇ ਸਿੰਘ ਸਾਹਿਬ ਹੈ, ਇਕੱਲੇ ਅਕਾਲੀ ਦਲ ਦੇ। ਜੋ ਇੱਕ ਧਾਰਮਿਕ ਬੜੀ ਉੱਚੀ ਪਦਵੀ ਹੈ, ਜਿਹਦੇ ਅੱਗੇ ਜੋ ਗੁਰੂ ਨਾਨਕ ਨਾਮ ਲੇਵਾ ਹੈ, ਜੋ ਗੁਰੂ ਸਾਹਿਬ ਨੂੰ ਮੰਨਣ ਵਾਲਾ ਹੈ, ਜੋ ਅਕਾਲ ਤਖਤ ਨੂੰ ਮੰਨਦਾ ਹੈ, ਉਹ ਉਸ ਨੂੰ ਉਚਤਮ ਮੰਨਦਾ ਹੈ। ਇਸ ਕਰਕੇ ਉਹਦੇ 'ਤੇ ਕੋਈ ਮੈਂ ਟਿੱਪਣੀ ਕਰਾਂ, ਮੈਂ ਤਾਂ ਇੱਕ ਸਧਾਰਨ ਆਦਮੀ ਹਾਂ। ਸਿੰਘ ਸਾਹਿਬ 'ਤੇ ਮੇਰੀ ਕੋਈ ਟਿੱਪਣੀ ਨਾ ਬਣਦੀ ਹੈ, ਨਾ ਮੈਂ ਕਰ ਸਕਦਾ। ਮੈਂ ਤੁਹਾਨੂੰ ਇੱਕ ਸਵਾਲ ਭੁੰਦੜ ਸਾਹਿਬ ਕਰਨਾ, ਕਿਉਂਕਿ ਸਿੰਘ ਸਾਹਿਬ ਨੇ ਇੰਨੀ ਗੱਲ ਕਹੀ ਹੈ ਕਿ ਖਾਲਿਸਤਾਨ ਦੀ ਮੰਗ ਜਿਹੜੀ ਹੈਗੀ ਆ, ਉਹ ਵਿਸ਼ਵ ਦੇ ਸਮੂਹ ਸਿੱਖਾਂ ਦੀ ਮੰਗ ਹੈਗੀ ਹੈ। ਜੇ ਸਰਕਾਰ ਦੇਣਾ ਚਾਹੇ ਤੇ ਸਾਨੂੰ ਕੋਈ ਇਤਰਾਜ਼ ਨਹੀਂ ਹੋਏਗਾ। ਇਸ ਚੀਜ਼ ਨੂੰ, ਤੁਸੀਂ ਸਿੱਖ ਵੀ ਹੈਗੇ ਹੋ, ਪੰਥਕ ਪਾਰਟੀ ਹੈਗੀ ਹੈ ਤੁਹਾਡੇ, ਤੁਸੀਂ ਆਪ ਦੇ ਨਜ਼ਰੀਏ ਤੋਂ ਕਿਵੇਂ ਦੇਖਿਆ ਇਸ ਚੀਜ਼ ਨੂੰ? ਕਿ ਤੁਹਾਨੂੰ ਲੱਗਦਾ ਕਿ ਸਮੂਹ ਸਿੱਖਾਂ ਦੀ ਮੰਗ ਹੈਗੀ ਹੈ? ਨਜ਼ਰੀਆ ਹੁੰਦਾ ਪਾਰਟੀ ਦਾ। ਮੈਂ ਪਾਰਟੀ ਦਾ ਇੱਕ ਸਿਪਾਹੀ ਹਾਂ, ਲੇਕਿਨ ਸਿੱਖ ਧਰਮ ਨੂੰ ਮੰਨਦਾ। ਇਸ ਕਰਕੇ ਬਤੌਰ ਸਿੱਖ ਸਿੰਘ ਸਾਹਿਬ ਦੇ ਬਾਰੇ ਮੈਂ ਕੁਝ ਨਾ ਬੋਲ ਸਕਦਾ, ਨਾ ਬੋਲਾਂਗਾ। ਇੰਨਾ ਹੀ ਪੁਆਇੰਟ ਹੈ ਮੇਰਾ। ਇਦੋਂ ਕਿ ਕੁਝ ਕਹੀ ਜਾਓ, ਮੈਂ ਬੋਲਣਾ। ਪਰ ਇਹ ਤੇ ਭੁੰਦੜ ਸਾਹਿਬ ਪੋਲੀਟੀਕਲ ਜਵਾਬ ਦੇ ਰਹੇ ਹੋ ਤੁਸੀਂ ਇਸ ਗੱਲ ਦਾ, ਕਿਉਂਕਿ ਚਲੋ ਠੀਕ ਹੈ, SGPC ਦੇ ਪ੍ਰਧਾਨ ਹੁਣਾਂ ਨੇ ਵੀ ਇਹ ਗੱਲ ਕੀਤੀ। SGPC ਦੇ ਪ੍ਰਧਾਨ ਸਾਹਿਬ ਹੁਣੇ ਕੋਰ ਕਮੇਟੀ ਦੇ ਵਿੱਚ ਵੀ ਆ ਗਏ, ਹੁਣ ਤਾਂ ਤੁਹਾਡੀ ਪਾਰਟੀ ਦੇ ਕੋਰ ਕਮੇਟੀ ਦੇ ਮੈਂਬਰ ਹੋ ਗਏ। ਉਸ ਤੇ ਤੁਸੀਂ ਟਿੱਪਣੀ ਕਰਨਾ ਚਾਹੋ, ਕਿਉਂਕਿ ਉਹਨਾਂ ਨੇ ਵੀ ਇਸ ਮੰਗ ਦਾ ਸਮਰਥਨ ਕੀਤਾ ਹੈਗਾ। ਤੁਸੀਂ ਅਸਲ 'ਚ ਧਰਮ ਨੂੰ, ਸਿੱਖ ਨੂੰ ਪੂਰੀ ਤਰ੍ਹਾਂ ਸਮਝਦੇ ਨਹੀਂ। ਇਹ SGPC ਹੈ, ਇਹ ਵੀ ਅਕਾਲੀ ਦਲ ਦੀ ਬਾਡੀ ਨਹੀਂ। ਅਕਾਲੀ ਦਲ ਕਿਉਂਕਿ ਧਰਮ 'ਚ ਵਿਸ਼ਵਾਸ ਰੱਖਦਾ ਹੈ, ਇਸ ਕਰਕੇ ਚਾਹੁੰਦਾ ਹੈ ਕਿ ਉੱਥੇ ਗੁਰਸਿੱਖ ਆ ਜਿਹੜੇ ਸੇਵਾਦਾਰ ਹੋਣ। ਲੇਕਿਨ SGPC ਵੀ ਸਾਰੇ ਸਿੱਖ ਜਗਤ ਦੀ ਬਾਡੀ ਹੈ, ਇਕੱਲੇ ਸਾਡੀ ਨਹੀਂ। ਸਭ ਸਿੱਖ ਜਗਤ ਟੋਟਲ ਵੋਟ ਪਾਉਂਦਾ, ਫਿਰ ਉਹ ਮੈਂਬਰ ਬਣਦੇ ਨੇ। ਉਹ ਮੈਂਬਰ ਇਸ ਕਰਕੇ ਉਸ 'ਤੇ ਵੀ ਮੇਰਾ ਧਰਮ ਵਾਲੇ ਪਾਸੇ, ਮੇਰਾ ਪੋਲੀਟਿਕਸ ਦੀ ਲਾਈਨ ਆ। ਮੇਰਾ ਕੋਈ ਫਰਜ਼ ਨਹੀਂ ਬਣਦਾ ਕਿ ਮੈਂ ਉਹਨਾਂ 'ਤੇ ਕਰਾਂ। ਉਹਨਾਂ ਨੂੰ ਵੀ ਅਸੀਂ ਉੱਚੀ ਹਸਤੀ ਗਿਣਦੇ ਹਾਂ, ਭਾਵੇਂ ਉਮਰ ਕਿੱਡੀ ਹੋਵੇ। ਅਸੀਂ ਉਸ ਲਾਈਨ ਨੂੰ ਵੱਖਰੀ ਗਿਣਦੇ ਹਾਂ। ਸਾਡੀ ਲਾਈਨ ਵੱਖਰੀ ਹੈ ਪੋਲੀਟੀਕਲ। ਸਾਡੀ ਪਾਰਟੀ ਦਾ ਆਪਣਾ ਏਜੰਡਾ ਹੈ, ਅਕਾਲੀ ਦਲ ਉਹਦੇ ਮੁਤਾਬਕ ਚੱਲਣਾ।
ਨੇ ਇਹ ਸਵਾਲ ਭੁੰਦਰ ਸਾਹਿਬ ਇਸ ਲਈ ਕੀਤਾ ਕਿਉਂਕਿ ਹੁਣ ਉਹ ਕੋਰ ਕਮੇਟੀ ਦੇ ਮੈਂਬਰ ਹੋ ਗਏ ਨੇ, ਪਾਰਟੀ ਦੇ ਸਾਰੇ ਮਸਲਿਆਂ ਦੇ ਵਿੱਚ ਉਹਨਾਂ ਦੀ ਰਾਏ ਬਹੁਤ ਇੰਪੋਰਟੈਂਟ ਹੋ ਗਈ ਹੈ। ਕਮੇਟੀ ਦੇ ਮੈਂਬਰ ਉਹ ਇਸ ਤਰ੍ਹਾਂ ਨਹੀਂ ਜਿਵੇਂ ਅਸੀਂ ਆ, ਉਹਨਾਂ ਨੂੰ ਇੱਕ ਅਦਬ ਦੇ ਤੌਰ ਤੇ ਸਤਿਕਾਰ ਹੈ। ਅਕਾਲੀ ਦਲ ਦਾ ਜਿਹੜਾ ਐਸਜੀਪੀਸੀ ਦਾ ਪ੍ਰਧਾਨ ਹੈ ਉਹ ਹਮੇਸ਼ਾ ਹੀ ਹੁੰਦਾ ਹੈ। ਟੋਰਾ ਸਾਹਿਬ ਵੀ ਸੀ, ਸਾਰੇ ਰਹੇ ਨੇ, ਲੇਕਿਨ ਕਦੇ ਟੋਰਾ ਸਾਹਿਬ ਗੱਲ ਕਰਦੇ ਸੀ, ਕਦੇ ਅਸੀਂ ਉਹਦੀ ਗੱਲ ਤੋਂ ਕਿਹਾ ਸੀ ਵੀ ਇਹ ਗਲਤ ਕਰਦੇ। ਇਸ ਕਰਕੇ ਸਾਡਾ ਬਣਦਾ ਨਹੀਂ, ਸਾਡਾ ਕੋਈ ਫਰਕ ਨਹੀਂ ਬਣਦਾ। ਜਿਹੜੀ ਗੱਲ ਮੈਂ ਕਹਿਣਾ ਤੁਸੀਂ ਉਸ ਨੂੰ ਨੋਟ ਕਰੋ। ਜਿਹੜੀਆਂ ਦੂਸਰੀਆਂ ਪੋਲੀਟੀਕਲ ਪਾਰਟੀਆਂ, ਚਾਹੇ ਕਾਂਗਰਸ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ, ਉਹ ਹਰ ਰੋਜ਼ ਬਿਆਨ ਜਾਰੀ ਕਰ ਰਹੀਆਂ ਕਿ ਅਕਾਲੀ ਦਲ ਇਸ ਤੇ ਖਾਮੋਸ਼ ਕਿਉਂ ਹੈਗਾ। ਤੁਸੀਂ ਸਾਨੂੰ ਨਹੀਂ, ਉਹਨਾਂ ਧਿਰਾਂ ਨੂੰ ਕੀ ਜਵਾਬ ਦੇਣਾ ਚਾਹੁੰਦੇ ਹੋ, ਤੁਹਾਡੇ ਪੋਲੀਟੀਕਲ ਵਿਰੋਧੀ ਨੇ ਜਿਹੜੇ? ਉਹਨਾਂ ਨੂੰ ਕੋਈ ਅਸੀਂ ਆਨਸਰੇਬਲ ਨਹੀਂ, ਅਸੀਂ ਕਿਹੜਾ ਕੋਈ ਉਹਨਾਂ ਦਾ ਹੈ ਵੀ ਕੋਈ ਉਹਨਾਂ ਦੇ ਜ਼ਰੂਰੀ ਹੈ ਕਿ ਅਸੀਂ ਉਹਨਾਂ ਦੀ ਹਰ ਗੱਲ ਦਾ ਜਵਾਬ ਦਈਏ, ਸਾਡੇ ਵਾਸਤੇ ਜ਼ਰੂਰੀ ਨਹੀਂ। ਇਸ ਤੋਂ ਇਲਾਵਾ ਇੱਕ ਹੋਰ ਚੀਜ਼ ਹੈਗੀ ਹੈ, ਜਿਹੜਾ ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ ਅਕਾਲੀ ਦਲ ਇਹ ਗੱਲ ਕਰਦਾ ਰਿਹਾ ਹੈਗਾ ਲਗਾਤਾਰ। ਤੁਸੀਂ ਇਸ ਗੱਲ ਨਾਲ ਸਹਿਮਤ ਹੋਵੋਗੇ, ਅਕਾਲੀ ਦਲ ਨੇ ਲਗਾਤਾਰ ਇਹ ਮੰਗ ਰੱਖੀ ਹੈ ਕਿ ਸਿੱਖਾਂ ਨੂੰ ਉਹਦਾ ਬਣਦਾ ਇਨਸਾਫ ਨਹੀਂ ਮਿਲਿਆ। ਯੂਪੀਏ ਦੀ ਸਰਕਾਰ 10 ਸਾਲ ਰਹੀ ਹੈ, ਬਲੂ ਸਟਾਰ ਦਾ ਇਨਸਾਫ ਨਹੀਂ ਹੋ ਸਕਿਆ, ਜਾਂ ਕੁਝ ਲੋਕਾਂ ਨੂੰ ਪਦਵੀਆਂ ਦਿੱਤੀਆਂ ਗਈਆਂ ਕਾਂਗਰਸ ਦੇ ਵਿੱਚ ਆਫਟਰ ਬਲੂ ਸਟਾਰ ਵੀ। ਪਰ ਹੁਣ ਜਦੋਂ ਮੋਦੀ ਸਰਕਾਰ ਨੂੰ ਵੀ ਕਾਫੀ ਸਾਲ ਹੋ ਗਏ, ਸੈਕੰਡ ਟਰਮ ਹੋ ਗਿਆ, ਤੇ ਇਸ ਚੀਜ਼ ਨੂੰ ਅਕਾਲੀ ਦਲ ਕਿਵੇਂ ਦੇਖ ਰਿਹਾ ਕਿ ਇਹ ਵੀ ਪੈਂਡਿੰਗ ਇਨਸਾਫ ਹੈਗਾ, ਇਸ ਗਵਰਨਮੈਂਟ ਦੇ ਕਾਰਜਕਾਲ ਦੇ ਵਿੱਚ ਕੀ ਉਮੀਦ ਹੈਗੀ ਹੈ? ਉਹ ਸਾਡੇ ਅਨੇਕਾਂ ਹੀ 47 ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸ਼ਿਕਵੇ ਹੈ, ਸਿੱਖ ਕੌਮ ਦੇ ਸ਼ਿਕਵੇ ਹੈ, ਜਿਹੜੇ ਕਾਂਗਰਸ ਨੇ ਵਧਾਏ ਆ, ਘਟਾਏ ਨਹੀਂ। ਇਹ ਤਾਂ ਫਿਰ ਉਸ ਸ਼ਿਕਵਿਆਂ ਦੀ ਹੱਦ ਸੀ ਕਿ ਜਦੋਂ ਇੱਕ ਐਡਾ ਵੱਡਾ ਕਤਲੇਆਮ ਕੀਤਾ ਗਿਆ, ਨਾ ਕਿ ਇਹ ਤੁਸੀਂ ਦੰਗੇ ਕਹਿੰਦੇ ਹੋ, ਕਿ ਤਾਂ ਲਫ਼ਜ਼ ਕਤਲੇਆਮ ਹੈ। ਦੂਜਾ ਜੋ ਬਲੂ ਸਟਾਰ ਹੈ ਉਹ ਗੁਰਧਾਮਾਂ ਤੇ ਹਮਲਾ ਹੈ, ਜਿਹੜਾ ਕਿ ਆਪਦੀ ਸਰਕਾਰ ਆਪਦੇ ਮੁਲਕ ਦੇ ਗੁਰਧਾਮਾਂ ਤੇ ਕਰ ਰਹੀ ਹੈ, ਕਾਂਗਰਸ ਪਾਰਟੀ ਨੇ ਕੀਤੇ। ਉਹਦਾ ਕੋਈ ਸਾਨੂੰ ਇਨਸਾਫ ਨਹੀਂ ਮਿਲਿਆ। ਉਹ ਫਾਈਲਾਂ ਹੀ ਸਾਡੀਆਂ ਖਤਮ ਕਰਤੀਆਂ ਸਾਰੀਆਂ ਪਾਰਟੀਆਂ ਨੇ, ਭਾਵੇਂ ਆਪ ਸੀ ਭਾਵੇਂ ਕਾਂਗਰਸ ਸੀ। ਕਾਂਗਰਸ ਦਾ ਕਰਨਾ ਹੀ ਸੀ, ਆਪ ਨੇ ਵੀ ਦਿੱਲੀ 'ਚ ਆਇਆ ਤਾਂ ਫਾਈਲਾਂ ਹੀ ਖਤਮ ਕਰਤੀਆਂ ਸਾਡੀਆਂ। ਲੇਕਿਨ ਅਸੀਂ ਬੀਜੇਪੀ ਆਈ, ਚਾਰਾਜੋਰੀ ਕੀਤੀ ਤਾਂ ਉਹ ਕੇਸ ਰੀਓਪਨ ਹੋਏ। ਉਹਦਾ ਨਤੀਜਾ ਕੁਛ, ਮੈਂ ਨਹੀਂ ਕਹਿੰਦਾ ਟੋਟਲ ਇਨਸਾਫ ਨਹੀਂ ਮਿਲਿਆ, ਬੜੀ ਲੰਬੀ ਲੜਾਈ ਹੈ, ਅਸੀਂ ਉਹ ਮੰਗਦੇ ਹਾਂ ਇਨਸਾਫ। ਲੇਕਿਨ ਥੋੜ੍ਹਾ ਘਣਾ ਜੇ ਆਪਾਂ ਕਹੀਏ ਤਾਂ ਅੱਗੇ ਤੁਰਿਆ ਕਿ ਜਿੰਨਾ ਹੋ ਸਕਿਆ, ਕਿਉਂਕਿ ਉਹ ਫਾਈਲਾਂ ਨੇ, ਪੁਰਾਣੇ ਕੇਸ ਨੇ, ਅਗਵਾਈਆਂ ਚਾਹੀਦੀਆਂ, ਕੋਰਟ ਵਾਲੇ ਸਿਸਟਮ ਨੇ ਯਤਨ ਕੀਤਾ, ਲੇਕਿਨ ਹਜੇ ਪੂਰੀ ਇਨਸਾਫ ਨਹੀਂ ਮਿਲਿਆ। ਥੋੜ੍ਹਾ ਘਣਾ ਉਹਦੇ 'ਚੋਂ ਹੋਈਆਂ ਕੁਝ ਗੱਲਾਂ ਜਿਨ੍ਹਾਂ ਦਾ ਤੁਹਾਨੂੰ ਹੀ ਪਤਾ ਹੈ। ਪਰ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਸ਼ਰਾਬ ਦਾ ਕਥਿਤ ਘੁਟਾਲੇ ਨੂੰ ਲੈ ਕੇ ਅਕਾਲੀ ਦਲ ਨੇ ਬੜੇ ਜ਼ੋਰ ਸ਼ੋਰ ਦੇ ਨਾਲ ਇਹ ਮੁੱਦੇ ਨੂੰ ਚੱਕਿਆ। ਬੀਜ ਘੁਟਾਲੇ ਨੂੰ ਲੈ ਕੇ ਅਕਾਲੀ ਦਲ ਨੇ ਬਹੁਤ ਜ਼ੋਰ ਸ਼ੋਰ ਦੇ ਨਾਲ ਇਸ ਮੁੱਦੇ ਨੂੰ ਚੱਕੀ ਰੱਖਿਆ। ਪਰ ਹੁਣ ਕਿਉਂਕਿ ਜਦੋਂ ਜਾਂਚ ਤੇ ਆ ਕੇ ਗੱਲ ਖੜ ਗਈ ਹੈ ਤੇ ਇਹ ਕਿਹਾ ਜਾ ਰਿਹਾ ਹੈ ਕਿ ਸਰਕਾਰ ਦੇ ਜਿਹੜੇ ਆਪਦੇ ਐਮਐਲਏ ਨੇ ਜਾਂ ਮੰਤਰੀ ਨੇ ਉਹ ਕਹੀ ਜਾ ਰਹੇ ਜਾਂਚ ਕਰਵਾ ਲਓ, ਅਕਾਲੀ ਦਲ ਕਹਿ ਰਿਹਾ ਜਾਂਚ ਕਰਵਾ ਲਓ, ਸੀਬੀਆਈ ਤੋਂ ਜਾਂਚ ਕਰਾ ਲਓ, ਕਹਿ ਰਹੇ ਕਿ ਕਿੱਥੇ ਚਾਹੇ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਜਾਂਚ ਕਰਵਾ ਲਈ ਜਾਏ, ਪਰ ਜਾਂਚ ਵੱਲ ਕੋਈ ਗਾਂਹ ਕਦਮ ਵੱਧ ਨਹੀਂ ਰਿਹਾ। ਕੋਈ ਨਹੀਂ, ਅਸੀਂ ਜੋ ਵੀ ਜਿੰਨੇ ਵੀ ਤਰੀਕੇ ਹੈ, ਕਰੋਨਾ ਕਰਕੇ ਵੱਡੇ ਤਾਂ ਮੁਜ਼ਾਹਰੇ ਹੋ ਨਹੀਂ ਸਕਦੇ, ਲੇਕਿਨ ਜਿਸ ਢੰਗ ਨਾਲ ਵੀ ਹੋ ਸਕਦਾ ਅਸੀਂ ਹਰ ਹੀਲਾ ਵਰਤ ਰਹੇ ਹਾਂ। ਕੋਈ ਅਸੀਂ ਨਾ ਠੰਡੇ ਪਿਆ ਨਾ ਠੰਡੇ ਪੈਣਾ ਹੈ। ਬਹੁਤ ਵੱਡੇ ਘਟਾਲੇ ਹੋਏ ਜਿਹੜੇ ਕਿ ਡਾਕੂਮੈਂਟਰੀ ਪ੍ਰੂਫ ਨੇ, ਇਹਨਾਂ ਤੋਂ ਕੋਈ ਭੱਜ ਨਹੀਂ ਸਕਦਾ। ਨਾ ਬੀਜ ਘਟਾਲੇ ਤੋਂ ਭੱਜ ਸਕਣ, ਨਾ ਸ਼ਰਾਬ ਦੇ ਜਿਹੜੀ ਸਮਗਲਿੰਗ ਤੋਂ ਭੱਜ ਸਕਣ, ਨਾ ਰੈਵਨਿਊ ਦੇ ਘਾਟੇ ਤੋਂ ਭੱਜ ਸਕਣ, ਨਾ ਰੇਤੇ ਬਜਰੀ ਦੀ ਚੋਰੀ ਤੋਂ ਭੱਜ ਸਕਣ, ਨਾ ਜੋ ਚਿੱਟਾ ਘਰ ਹੈ ਉਹ ਤੋਂ ਭੱਜ ਸਕਣ। ਜੋ ਇਹ ਝੂਠ ਬੋਲੇ ਨੇ ਤੇ ਨਾਲ ਘੁਟਾਲੇ ਕੀਤੇ, ਭੱਜ ਨਹੀਂ ਸਕਦੇ। ਇਹਦਾ ਪਿੱਛਾ ਨਹੀਂ ਅਸੀਂ ਛੱਡਾਂਗੇ, ਕੋਈ ਇਹਦੇ ਨਾਲ ਨਹੀਂ। ਕਰੋਨਾ ਹੈ, ਵੱਡੀਆਂ ਗੱਲਾਂ ਅਸੀਂ ਕਰ ਨਹੀਂ ਸਕਦੇ ਕਿਉਂਕਿ ਵੱਧ ਗਿਆ। ਇਸ ਕਰਕੇ ਅਸੀਂ ਉਸ ਚੀਜ਼ ਤੋਂ ਵੀ ਹੈ ਕਿ ਅਸੀਂ ਕੋਈ ਐਸੀ ਗਲਤੀ ਕਰੀਏ, ਆਖਣ ਜੇ ਧੱਕਾ ਕਰਦੇ ਆ ਜੀ ਇਹ ਲੱਗੇ ਪਏ, ਲੇਕਿਨ ਅਸੀਂ ਕੋਈ ਹੀਲਾ ਛੱਡ ਨਹੀਂ ਰਹੇ, ਸਭ ਹੀਲੇ ਵਰਤਾਂਗੇ। ਇਹਨਾਂ ਨੂੰ ਅਖੀਰ ਜੋ ਦੋਸ਼ੀ ਆ ਉਹ ਕਟਹਿਰੇ 'ਚ ਆਉਣਗੇ, ਖੜੇ ਹੋਣਗੇ। ਠੀਕ ਹੈ। ਇੱਕ ਬੇਅਦਬੀਆਂ ਦਾ ਮੁੱਦਾ ਦੁਬਾਰਾ ਫਿਰ ਇਹਨਾਂ ਦਿਨਾਂ ਦੇ ਵਿੱਚ ਬੜਾ ਚਰਚਾ ਦੇ ਵਿੱਚ ਆ ਰਿਹਾ। ਅੱਜ ਹੀ ਬੇਅਦਬੀਆਂ ਦੇ ਮੁੱਦੇ ਨੂੰ ਲੈ ਕੇ ਸੁਣਵਾਈ ਸੀਗੀ ਕੋਰਟ ਦੇ ਵਿੱਚ, ਪਰ ਉਹ ਫਿਲਹਾਲ ਟਲ ਗਈ। ਭੁੰਦਰ ਸਾਹਿਬ, ਇੱਕ ਸਵਾਲ ਤੁਹਾਡੇ ਕੋਲ ਪੁੱਛਣਾ, ਕਿਉਂਕਿ ਰਾਜਨੀਤੀ ਦੇ ਵਿੱਚ ਪਰਸੈਪਸ਼ਨ ਬੜੀ ਇੰਪੋਰਟੈਂਟ ਹੁੰਦੀ ਹੈ, ਕਿਉਂਕਿ ਇੱਕ ਬੜੀ ਵੱਡੀ ਗੱਲ ਹੋ ਗਈ ਕਿ ਸਰਕਾਰ ਦੇ ਵਿੱਚ ਜਿਹੜੇ ਸਰਕਾਰ ਦੇ ਆਪਦੇ ਕਾਂਗਰਸ ਦੇ ਐਮਐਲਏ ਨੇ, ਉਹ ਕਈ ਐਮਐਲਏ ਕਹਿੰਦੇ ਨੇ ਕਿ ਕਾਰਵਾਈ ਨਹੀਂ ਹੋਈ। ਸਾਡੀ ਸਰਕਾਰ ਦੇ ਵਿੱਚ ਵੀ ਉਹ ਕਹਿੰਦੇ ਨੇ ਕਾਰਵਾਈ ਨਹੀਂ ਹੋਈ, ਔਰ ਕੁਝ ਲੋਕ ਕਹਿੰਦੇ ਨੇ ਕਿ ਇਹ ਹੈਂਡ ਇਨ ਗਲਵ ਹੈਗਾ ਕੰਮ, ਪਰਦੇ ਦੇ ਪਿੱਛੇ ਕਿਤੇ ਸਾਂਠ ਗਾਂਠ ਹੈਗੀ ਹੈ ਅਕਾਲੀ ਦਲ ਤੇ ਕਾਂਗਰਸ ਦੀ, ਇਹ ਕਾਰਵਾਈ ਸ਼ਾਇਦ ਤਾਂ ਕਿਸੇ ਸਿਰੇ ਨਹੀਂ ਲੱਗ ਰਹੀ। ਤੁਹਾਡਾ ਇਸ ਤੇ ਕੀ ਰਾਏ ਹੈਗੀ? ਝੂਠੀ ਕਾਰਵਾਈ ਪੋਲੀਟੀਕਲ 3 ਸਾਲ ਦੇ ਕਰੀ ਜਾਂਦੇ ਨੇ, ਪਰਦਾ ਪਿੱਛੇ ਕੀ ਰਹਿ ਗਿਆ? ਸਰਕਾਰ ਦਾ ਟੋਟਲ ਫੇਲੂਅਰ ਹੈ। ਉਹ
ਉਹ ਇਹਨਾਂ ਗੱਲਾਂ ਤੇ ਆਪਦਾ ਟਾਈਮ ਟਪਾ ਰਹੀ ਹੈ, ਘੁਟਾਲੇ ਵੀ ਇਹਨਾਂ 'ਚ ਲੁਕੋ ਰਹੀ ਹੈ, ਫੇਲੂਅਰ ਵੀ ਇਹਨਾਂ 'ਚ ਦੇਤੀਆਂ ਨੌਕਰੀਆਂ ਇਹਨਾਂ ਨੇ ਘਰ ਘਰ, ਕਰਤਾ ਚਿੱਟਾ ਬੰਦ ਸਾਰਾ, ਰਿਸ਼ਵਤ ਕਰਤੀ ਖਤਮ, ਰੇਤਾ ਕਰਤਾ ਸਸਤਾ। ਅੱਜ ਦਵਾਨੀ ਨਹੀਂ ਆ ਰਹੀ ਰੇਤੇ ਦੀ, ਤੇ ਲੋਕਾਂ ਦੇ ਇੱਥੇ ਰੇਤਾ ਸਭ ਤੋਂ ਮਹਿੰਗਾ ਅੱਜ ਤੱਕ ਦਾ। ਸ਼ਰਾਬ ਦਾ ਦਵਾਨੀ ਨਹੀਂ, 12% ਰੈਵਨਿਊ ਰਹਿ ਗਿਆ ਇਹਨਾਂ ਦਾ, 12%। ਇਸ ਕਰਕੇ ਸਾਰਾ ਤਾਂ ਇਹ ਖਾ ਪੀ ਗਏ ਆਪ, ਤੇ ਉਧਰ ਨੂੰ ਦੂਜੇ ਪਾਸੇ ਮੋੜ ਕੇ ਲੋਕਾਂ ਦਾ ਧਿਆਨ ਬਦਲਦੇ ਨੇ। ਪੋਲੀਟੀਕਲ ਕਾਰਵਾਈ ਹੈ। ਅਸੀਂ ਕਹਿੰਦੇ ਸੁਪਰੀਮ ਕੋਰਟ ਦੇ ਜੱਜ ਕੋਲੇ ਜਾਓ, ਹਾਈ ਕੋਰਟ ਦੇ ਕੋਲੇ ਜਾਓ, ਕਰੋ। ਜੇ ਤੁਸੀਂ ਇਮਾਨਦਾਰ ਹੋ, ਹਾਈ ਕੋਰਟ ਦੇ ਜੱਜ ਕੋਲੇ ਕਿਉਂ ਨਹੀਂ ਜਾਂਦੇ? ਡਰਨਾ ਤਾਂ ਸਾਨੂੰ ਚਾਹੀਦਾ। ਜੇ ਸਾਡੇ ਦੋਸ਼ ਅਸੀਂ ਕਹਿੰਦੇ ਕਿ ਬਹੁਤ ਮਾੜੀ ਗੱਲ ਹੋਈ ਹੈ, ਹਾਈ ਕੋਰਟ ਕੋਲੇ ਜਾਓ, ਤਾਂ ਕਿ ਦੁੱਧ ਤੇ ਪਾਣੀ ਦਾ ਪਾਣੀ ਹੋਵੇ। ਪੋਲੀਟਿਕਸ ਕਰਦੇ ਨੇ ਇਹ, ਕੋਈ ਇਸ 'ਚ ਹੈ ਨਹੀਂ ਇਹ ਪੋਲੀਟਿਕਸ ਕਰ ਰਹੇ। ਅਸੀਂ ਵੀ ਮਾੜੀ ਗੱਲ ਹੋਈ। ਪਰ ਭੁੰਦਰ ਸਾਹਿਬ, ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦੇ ਉਹਨਾਂ ਜਿਸ ਤਰ੍ਹਾਂ ਦੇ ਨਾਲ ਲੋੜੀਂਦਾ ਹੁੰਦਾ, ਜਿਸ ਤੇ ਸਰਕਾਰ ਦੇ ਉੱਤੇ ਪ੍ਰੈਸ਼ਰ ਬਿਲਡ ਹੁੰਦਾ, ਅਕਾਲੀ ਦਲ ਉਸ ਤਰ੍ਹਾਂ ਦੇ ਨਾਲ ਪ੍ਰੈਸ਼ਰ ਬਿਲਡ ਕਰ ਨਹੀਂ ਪਾ ਰਿਹਾ? ਕਿਉਂਕਿ ਆਖਿਰਕਾਰ ਇਹ ਜ਼ਿੰਮੇਵਾਰੀ ਵਿਰੋਧੀ ਧਿਰ ਦੀ ਹੈਗੀ ਹੈ, ਤੁਹਾਡੇ ਲੋਕਾਂ ਦੀ ਹੀ ਜ਼ਿੰਮੇਵਾਰੀ ਹੈਗੀ ਆ ਕਿ ਜੇ ਸਰਕਾਰ 'ਚ ਕੁਝ ਗਲਤ ਹੋ ਰਿਹਾ ਤੇ ਇੱਕ ਵਿਸਲ ਬਲੋਅਰ ਦੇ ਤਰ੍ਹਾਂ ਉਸ ਤੇ ਖੜੇ ਰਹੋ। ਇਹ ਵਿਸਲ ਬਲੋਅਰ ਹੈ ਤਾਂ ਹੀ ਅਸੀਂ ਨੰਗੇ ਕੀਤੇ ਨੇ ਨਾ। ਤੇ ਨੰਗੇ ਕੀਤੇ ਅਸੀਂ, ਨੰਗੇ ਕੀਤੇ ਨੇ, ਪ੍ਰੈਸ ਨੇ ਵੀ ਨਹੀਂ ਕੀਤੇ, ਤਾਂ ਅਸੀਂ ਕੀਤੇ ਨੇ ਖੁਦ ਸਾਰੇ ਨੰਗੇ। ਪ੍ਰੈਸ ਵੀ ਮਗਰੋਂ ਆਇਆ। ਅਸੀਂ ਥਾਂ ਥਾਂ ਜਾਂਦੇ ਹਾਂ, ਰੇਤਾ ਅਸੀਂ ਫੜਾਉਂਦੇ ਹਾਂ, ਸ਼ਰਾਬ ਅਸੀਂ ਫੜਾਉਂਦੇ ਹਾਂ, ਬੀਜ ਘਟਾਲਾ ਅਸੀਂ ਫੜਾਇਆ, ਹਰ ਚੀਜ਼ ਅਸੀਂ ਕਰਦੇ ਹਾਂ। ਇਸ ਕਰਕੇ ਅਸੀਂ ਆਪਣਾ ਰੋਲ ਪੂਰਾ ਕਰ ਰਹੇ ਹਾਂ। ਆਮ ਆਦਮੀ ਪਾਰਟੀ ਦੀ ਭੂਮਿਕਾ ਨੂੰ ਇਸ ਸਮੇਂ ਇਸ ਸਾਰੇ ਸਿਨੈਰੀਓ ਦੇ ਵਿੱਚ ਕਿਵੇਂ ਵੇਖ ਰਹੇ ਹੋ ਤੁਸੀਂ? ਉਹ ਕਾਂਗਰਸ ਦੀ ਬੀ ਟੀਮ ਹੈ। ਜਦੋਂ ਉਹਨਾਂ ਤੇ ਆਉਂਦਾ ਫਿਰ ਉਹ ਸਾਡੇ ਵੱਲ ਲੱਗ ਜਾਂਦੇ ਨੇਗੇ, ਕਾਂਗਰਸ ਨੂੰ ਕਹਿਣ ਦੀ ਬਜਾਏ। ਬੀ ਟੀਮ ਹੈ ਕਾਂਗਰਸ ਦੀ। ਹੁਣ ਚਿੱਟਾ ਚੱਲੀ ਜਾਂਦਾ ਹੈ, ਅੱਗੇ ਨੂੰ 10 ਗੁਣਾ ਵੱਧ ਗਿਆ, ਕਿਉਂ ਨਹੀਂ ਬੋਲਦੇ? ਹੁਣ ਤਾਂ ਕਾਂਗਰਸ ਪਿੱਟੀ ਜਾਂਦੀ ਹੈ ਵੀ ਚਿੱਟਾ ਵੱਧ ਗਿਆ, ਕਾਂਗਰਸ ਪਿੱਟੀ ਜਾਂਦੀ ਹੈ। ਸ਼ਰਾਬ ਸਾਰੀ ਸਰਕਾਰ, ਭੱਠੀਆਂ ਫੜ ਲੀਆਂ ਲੋਕਾਂ ਦੀਆਂ, ਸਰਕਾਰ ਦੀਆਂ ਭੱਠੀਆਂ ਚੱਲਦੀਆਂ ਹੁੰਦੀਆਂ ਨੇ ਜਿਸ ਤਰ੍ਹਾਂ ਦਾ ਚੱਲਿਆ। ਸੋ ਇਹ ਹਰ ਚੀਜ਼ ਦਾ ਜਿਹੜਾ ਹੈਗਾ ਉਹ ਸਾਰੇ ਲੋਕਾਂ ਦੇ ਸਾਹਮਣੇ ਹੈ। ਉਹ ਇਹਦੀ ਬੋਲਣ ਦੀ ਬਜਾਏ ਸਾਡੇ ਵਾਲੇ ਪਾਸੇ ਲੱਗ ਜਾਂਦੇ ਨੇ ਕਿ ਵੀ ਤਾਂ ਕਿ ਸਾਨੂੰ ਕਿਤੇ ਉਹਨਾਂ ਨੂੰ, ਉਹ ਤਾਂ ਬੀ ਟੀਮ ਦੇ ਤੌਰ ਤੇ ਕੰਮ ਕਰ ਰਹੇ ਆ। ਭੁੰਦਰ ਸਾਹਿਬ, ਇਸ ਤੋਂ ਇਲਾਵਾ ਇੱਕ ਤੁਸੀਂ ਖੁਦ ਕਿਸਾਨ ਪਰਿਵਾਰ ਤੋਂ ਹੈਗੇ ਹੋ, ਜਿਹੜੀ ਆਰਡੀਨੈਂਸ ਪਾਸ ਕੀਤੇ ਗਏ ਨੇ ਕੇਂਦਰ ਵੱਲੋਂ, ਉਹਨਾਂ ਨੂੰ ਲੈ ਕੇ ਵੀ ਬੜੀ ਦੁਚਿੱਤੀ ਹੈਗੀ ਹੈ ਕਿ ਮੰਡੀਆਂ ਨੂੰ ਖਤਮ ਕਰਨ ਦਾ ਤਰੀਕਾ ਹੈਗਾ। ਜਿਹੜੇ ਛੋਟੇ ਕਿਸਾਨ ਨੇ ਪੰਜਾਬ ਦੇ ਵਿੱਚ, ਜਿਹੜੇ ਮਤਲਬ 80% ਤੋਂ ਵੱਧ ਜਿਹੜੇ ਛੋਟੇ ਕਿਸਾਨ ਹੈਗੇ ਨੇ, ਜਿਹੜੇ 2 ਏਕੜ ਵਾਲੇ ਆ, 5 ਏਕੜ ਵਾਲੇ ਆ ਜਾਂ 10 ਏਕੜ ਵਾਲੇ ਆ, ਉਹਨਾਂ ਦੇ ਲਈ ਇਹ ਓਪਰਚੁਨਿਟੀ ਕਿਵੇਂ ਬਣ ਸਕਦੀ ਹੈ ਕਿ ਉਹ ਆਪਦੀ ਫਸਲ ਖੁੰਡਲੀ ਮੰਡੀ 'ਚ ਲੈ ਕੇ ਚਲੇ ਜਾਣ ਜਾਂ ਉਹ ਕਿਤੇ ਵੀ ਜਾ ਕੇ ਵੇਚ ਸਕਦੇ ਨੇ? ਇੰਨੀ ਸਮਰੱਥਾ ਹੁੰਦੀ ਨਹੀਂ ਉਹਨਾਂ ਲੋਕਾਂ ਦੇ ਵਿੱਚ। ਜਿਹੜਾ ਇਹ ਆਇਆ ਹੈ ਨਾ ਆਰਡੀਨੈਂਸ, ਇਸ ਆਰਡੀਨੈਂਸ 'ਚ ਦੋ ਰਾਮਾਂ ਸਿੱਧਾ ਕਿਤੇ ਉਹਨਾਂ ਨੇ ਕੋਈ ਐਸੀ ਗੱਲ ਕਹੀ ਨਹੀਂ ਜੋ ਉਹਨੂੰ ਕਿਹਾ। ਉਹ ਟੀਵੀ ਤੇ ਆ ਕੇ ਵੀ ਕਹਿ ਗਏ ਕਿ ਅਸੀਂ ਅਸ਼ੋਰਡ ਪ੍ਰਾਈਸ, ਅਸ਼ੋਰਡ ਜਿਹੜੀ ਹੈ ਪਰਚੇਜ਼ ਕਰਾਂਗੇ। ਲੇਕਿਨ ਇਹ ਜਿਹੜੀ ਓਪਨ ਮਾਰਕੀਟ ਕੀਤੀ ਹੈ, ਇਹਦੇ ਕੀ ਨਫੇ ਨੁਕਸਾਨ ਹੈ ਇਹ ਸਮਾਂ ਦੱਸੂਗਾ। ਇਹਦੇ ਤੇ ਡਿਬੇਟ ਹੋਣ ਵਾਲੀ ਹੈ, ਦੋਨੋਂ ਪਾਸੇ ਹੈ। ਇਸ ਕਰਕੇ ਟੈਲੀਫੋਨ ਤੇ ਮੈਂ 1 ਮਿੰਟ 'ਚ ਤੁਹਾਨੂੰ ਅੱਧੇ ਸਕਿੰਟ 'ਚ ਇਹਦਾ ਜਵਾਬ ਨਹੀਂ, ਇਹ ਡਿਬੇਟ ਵਾਲਾ ਇਸ਼ੂ ਹੈ। ਲੇਕਿਨ ਅਸੀਂ ਜਿੱਥੋਂ ਤੱਕ ਕਿਸਾਨ ਦਾ ਸਵਾਲ ਹੈ, ਸਭ ਤੋਂ ਵੱਧ ਕਿਸਾਨੀ ਵਾਸਤੇ ਲੜੇ ਆ ਤੇ ਸਾਰੀ ਜ਼ਿੰਦਗੀ ਲੜਦੇ। ਜੇ ਕਿਸਾਨ ਦੀ ਕੋਈ ਸਮੱਸਿਆ ਤੇ ਲੜੇ, ਅਕਾਲੀ ਦਲ ਸੱਚੇ ਬਣੋ। ਬਾਕੀਆਂ ਨੇ ਬਿਆਨਬਾਜ਼ੀ ਕੀਤੀ ਹੈ। ਹੁਣ ਵੀ ਕੋਈ ਮਸਲਾ ਆਇਆ ਤਾਂ ਅਸੀਂ ਅੱਗੇ ਹੋ ਕੇ ਲੜਾਈ ਲੜਾਂਗੇ। ਕਿਉਂਕਿ ਭੁੰਦਰ ਸਾਹਿਬ, ਬਿਲਕੁਲ ਇਹ ਡਿਬੇਟ ਦਾ ਮਸਲਾ ਹੈਗਾ, ਲੰਬੀ ਡਿਬੇਟ ਦਾ ਮਸਲਾ ਹੈਗਾ, ਪਰ ਜਿਹੜੇ ਦੇਸ਼ ਭਰ ਦੇ ਵਿੱਚ ਜਿੰਨੇ ਐਕਸਪਰਟ ਹੈਗੇ ਆ, ਉਹਨਾਂ ਦੀ ਰਾਏ ਜਿਸ ਤਰ੍ਹਾਂ ਦੇ ਨਾਲ ਰੋਜ਼ ਅਖਬਾਰਾਂ ਦੇ ਵਿੱਚ ਜਾਂ ਮੀਡੀਆ ਦੇ ਵਿੱਚ ਆ ਰਹੇ ਨੇ, ਉਹ ਇੱਕ ਸੁਰ ਦੇ ਵਿੱਚ ਕਹਿ ਰਹੇ ਨੇ ਕਿ ਕਿਸਾਨ ਦੇ, ਛੋਟੇ ਕਿਸਾਨ ਦੇ ਕਿਸੇ ਵੀ ਤਰ੍ਹਾਂ ਦੇ ਨਾਲ ਹੱਕ 'ਚ ਨਹੀਂ ਹੈਗਾ। ਤੁਹਾਨੂੰ ਇੱਕੋ ਹੀ ਗੱਲ ਕਹੀ ਹੈ ਕਿ ਡਿਬੇਟੇਬਲ ਇਸ਼ੂ ਹੈ। ਮੈਂ ਤੁਹਾਨੂੰ ਇਹਦਾ ਕਿ ਕੀ ਹੈ ਸਾਰਾ ਹੈ ਉਹ ਅਸੀਂ ਪੜ੍ਹਦੇ ਰਹਿੰਦੇ ਹਾਂ। ਲੇਕਿਨ ਮੈਂ ਅਗਲੀ ਗੱਲ ਇਹ ਕਹਿਣਾ ਕਿ ਅਗਰ ਕਿਸਾਨ ਦੀ ਕੋਈ ਸਮੱਸਿਆ ਪੈਦਾ ਹੋਏਗੀ, ਅੱਜ ਤੱਕ ਵੀ ਅਸੀਂ ਲੜਿਆ, ਜਿਸ ਵੇਲੇ ਭਾਅ ਵੱਜਣ ਲੱਗੇ ਸੀ ਉਦੋਂ ਵੀ ਅਸੀਂ ਲੜੇ ਸੀ। ਸਾਡੀ ਸਰਕਾਰ ਵੇਲੇ ਵੱਜੇ ਨੇ, ਗੁਰਨਾਮ ਦੀ ਸਰਕਾਰ ਸੀ ਪਹਿਲੀ ਅਕਾਲੀ ਦਲ ਦੀ। ਕੱਲ੍ਹ ਨੂੰ ਕੋਈ ਮਸਲਾ ਆਉਂਦਾ ਅਸੀਂ ਉਸ ਤਰ੍ਹਾਂ ਹੀ ਲੜਾਈ ਲੜਾਂਗੇ। ਮੈਂ ਤੁਹਾਨੂੰ ਇੱਕ ਵਾਰੀ ਕਹਿਤਾ ਕਿ ਕਿਸਾਨੀ ਵਾਸਤੇ, ਮਜ਼ਦੂਰ ਵਾਸਤੇ, ਛੋਟੇ ਦੁਕਾਨਦਾਰ ਵਾਸਤੇ, ਪੰਜਾਬ ਦੇ ਹਿੱਤ ਦੇ ਕਿਸੇ ਵੀ ਕੇਸ ਵਾਸਤੇ ਅਕਾਲੀ ਦਲ ਹਮੇਸ਼ਾ ਲੜਦਾ ਆਇਆ ਤੇ ਲੜਦਾ ਰਹੇਗਾ। ਅਗਲੇ ਵੀ ਕੋਈ ਮਸਲਾ ਆਏਗਾ ਅਸੀਂ ਪੂਰੇ ਜ਼ੋਰ ਨਾਲ ਲੜਾਂਗੇ, ਸਾਨੂੰ ਕਿੰਨਾ ਵੀ ਸੈਕਰੀਫਾਈਸ ਨਾ ਦੇਣੀ ਪਵੇ। ਸੈਂਟਰ ਦੇ ਫੈਸਲੇ ਦੇ ਅਗੇਂਸਟ ਲੋਗੇ। ਇਹਨੂੰ ਹੁਣ ਵੇਟ ਐਂਡ ਵਾਚ ਵਾਲੀ ਸਥਿਤੀ 'ਚ ਹੈਗਾ ਅਕਾਲੀ ਦਲ ਕਿ ਪਹਿਲੇ ਦੇਖੇਗਾ ਕਿ ਇਹਦਾ ਅਸਰ ਕੀ ਹੋਏਗਾ। ਕਿਸੇ ਨੂੰ ਨਹੀਂ ਪਤਾ, ਕੋਈ 100% ਤਾਂ ਕੋਈ ਵੀ ਦਾ ਅਸਰ ਨਹੀਂ ਕਹਿ ਸਕਦਾ। ਵੱਡੀ ਗੱਲ ਸੀ ਜਿਸ ਚੀਜ਼ ਦੀ ਲੋਕ ਡਰਦੇ ਸੀ, ਵਜ਼ੀਰ ਬਾਰ-ਬਾਰ ਅਸ਼ੋਰੈਂਸ ਦੇ ਰਹੇ ਨੇ ਸੈਂਟਰ ਵਾਲੇ ਆ ਕੇ। ਇਸ ਕਰਕੇ ਤੁਸੀਂ ਜਿਸ ਚੀਜ਼ ਨੂੰ ਅਜੇ ਤੁਹਾਡੇ ਸਾਹਮਣੇ ਨਹੀਂ ਆਈ, ਪਹਿਲਾਂ ਹੀ ਤੁਸੀਂ ਉਹਦੇ ਉਲਟੇ ਤੜਕੇ ਲੜਾਈ ਸ਼ੁਰੂ ਕਰ ਲਓ। ਇਹ ਤਾਂ ਕਦੇ ਵੀ ਨਹੀਂ ਦੁਨੀਆ ਤੇ ਹੁੰਦੀ। ਆ ਚੀਨ ਤੇ ਹਿੰਦੁਸਤਾਨ ਦੋਨੇ ਬਾਰਡਰ ਤੇ ਖੜੇ ਨੇ, ਬੰਬ ਚੱਲਣ ਲੱਗ ਜਾਣ, ਹੁਣ ਗੱਲਬਾਤ ਚੱਲੀ ਜਾਂਦੀ ਹੈ। ਬੰਬ ਜੇ ਚੱਲ ਗਏ ਉਹ ਤਾਂ ਵਿਗੜ ਜੂਗਾ ਢਾਂਚਾ। ਬੰਬ ਤਾਂ ਉਦੋਂ ਚੱਲਣਗੇ ਜਦੋਂ ਇੱਕ ਚਲਾਊਗਾ।
ਇਸ ਕਰਕੇ ਜਦੋਂ ਕੋਈ ਐਕਸ਼ਨ ਕਰਨਗੇ ਉਹਦਾ ਰਿਐਕਸ਼ਨ ਹੈ। ਜੇ ਕੋਈ ਐਸੀ ਗੱਲ ਆਏਗੀ ਤਾਂ ਅਸੀਂ ਲੜਾਂਗੇ, ਕਿਸਾਨੀ ਵਾਸਤੇ ਲੜਦੇ ਆਏ ਹਾਂ। ਪੁੰਦਰ ਸਾਹਿਬ, ਮੇਰੇ ਆਖਰੀ 1-2 ਸਵਾਲ ਹੈਗੇ। ਮੇਰੇ ਪਹਿਲੇ ਸਵਾਲ ਦੇ ਸੰਦਰਭ ਦੇ ਵਿੱਚ ਹੀ ਮੈਂ ਦੂਸਰਾ ਸਵਾਲ ਵੀ ਤੁਹਾਨੂੰ ਕਰਨਾ ਚਾਹਨਾ। ਤੁਸੀਂ ਜਥੇਦਾਰ ਸਾਹਿਬ ਦੀ ਸਟੇਟਮੈਂਟ ਤੇ ਕੁਝ ਨਹੀਂ ਕਹਿਣਾ ਚਾਹੁੰਦੇ, ਠੀਕ ਹੈ, ਤੁਹਾਡਾ ਰਾਈਟ ਹੈਗਾ, ਤੁਸੀਂ ਜੋ ਵੀ ਉਸ ਤੇ ਜਵਾਬ ਦੇਣਾ ਚਾਹੋ। ਪਰ ਬੀਜੇਪੀ ਨੂੰ ਬਹੁਤ ਇਹ ਗੱਲ ਰਾਸ ਨਹੀਂ ਆਈ, ਬੀਜੇਪੀ ਨੂੰ ਵੀ ਇਹ ਬਿਆਨ ਬਹੁਤ ਜ਼ਿਆਦਾ ਚੁਭਿਆ ਹੈਗਾ ਕਿ ਇਸ ਤਰ੍ਹਾਂ ਦੀ ਸਟੇਟਮੈਂਟ, ਕਿਉਂ ਕਈ ਸਾਰੇ ਬੀਜੇਪੀ ਦੇ ਲੀਡਰਸ ਨੇ ਡਿਬੇਟਸ ਦੇ ਵਿੱਚ, ਸਾਡੇ ਚੈਨਲ ਦੇ ਉੱਤੇ ਵੀ ਜਾਂ ਹੋਰ ਡਿਬੇਟਸ ਦੇ ਵਿੱਚ ਵੀ ਆ ਕੇ ਇਸ ਚੀਜ਼ ਦਾ ਬੜੇ ਖੁੱਲ੍ਹੇ ਤੌਰ ਤੇ ਵਿਰੋਧ ਕੀਤਾ। ਇਸ ਚੀਜ਼ ਨੂੰ ਤੁਸੀਂ ਆਪਦੇ ਭਾਈਵਾਲਾਂ ਦੇ ਵਿਰੋਧ ਨੂੰ ਕਿਵੇਂ ਦੇਖ ਰਹੇ ਹੋ? ਅਸੀਂ ਪਾਰਟੀ ਵੱਖਰੀ ਹੈ, ਸ਼੍ਰੋਮਣੀ ਅਕਾਲੀ ਦਲ, ਸਾਡਾ ਅਲਾਇੰਸ ਹੈ, ਉਹਨਾਂ ਦੇ ਮਸਲੇ ਵੱਖਰੇ ਨੇ, ਉਹ ਆਪਣੇ ਲੈਵਲ ਤੇ ਕੰਮ ਕਰਦੇ ਨੇ, ਅਸੀਂ ਆਪਣੇ ਲੈਵਲ ਤੇ ਕਰਦੇ ਹਾਂ। ਲੇਕਿਨ ਜਦੋਂ ਕੋਈ ਅਸੀਂ ਅਲਾਇੰਸ 'ਚ ਗੱਲ ਕਰਦੇ ਹਾਂ, ਕੋਈ ਸਾਡੀਆਂ ਸਾਂਝੀਆਂ ਗੱਲਾਂ ਨੇ, ਇਸ ਕਰਕੇ ਉਹਨਾਂ ਨੇ ਆਪਣੇ ਤੌਰ ਤੇ ਸੋਚਣਾ, ਅਸੀਂ ਆਪਣੇ ਤੌਰ ਤੇ ਸੋਚਣਾ। ਪਰ ਤੁਹਾਨੂੰ ਲੱਗਦਾ ਇਹਨਾਂ ਡਿਫਰੈਂਸਿਸ ਕ੍ਰੀਏਟ ਹੋਏਗੇ ਅਲਾਈਅੰਸ ਦੇ ਵਿੱਚ? ਕੀ ਹੋ ਗਿਆ? ਮੈਂ ਕਿਹਾ ਤੁਹਾਨੂੰ ਲੱਗਦਾ ਕਿ ਇਸ ਚੀਜ਼ ਦੇ ਨਾਲ ਡਿਫਰੈਂਸਿਸ ਕ੍ਰੀਏਟ ਹੋਣਗੇ ਅਲਾਈਅੰਸ ਦੇ ਵਿੱਚ? ਕਿਉਂਕਿ ਮੈਂ ਇਹ ਪੁੰਦਰ ਸਾਹਿਬ ਇੱਕ ਚੀਜ਼ ਤੁਹਾਨੂੰ ਇਸ ਸੰਦਰਭ ਦੇ ਵਿੱਚ ਕਹਿਣਾ ਚਾਹੁੰਦਾ ਕਿ ਜਦੋਂ ਪਿੱਛੇ ਹਰਿਆਣਾ ਦੇ ਵਿੱਚ ਵਿਧਾਨ ਸਭਾ ਇਲੈਕਸ਼ਨ ਹੋਏ ਆ, ਪਾਰਲੀਮੈਂਟ ਇਲੈਕਸ਼ਨ, ਅਕਾਲੀ ਬੀਜੇਪੀ ਇਕੱਠੇ ਲੜਦੇ ਨੇ, ਵਿਧਾਨ ਸਭਾ ਦੇ ਇਲੈਕਸ਼ਨ ਜਦੋਂ ਹਰਿਆਣਾ ਦੇ ਵਿੱਚ ਹੁੰਦੇ ਨੇ ਤੇ ਤੁਸੀਂ ਚੌਟਾਲਾ ਪਰਿਵਾਰ ਦੇ ਨਾਲ ਲੜਦੇ ਹੋ, ਤੇ ਇਸ ਚੀਜ਼ ਨੂੰ ਲੈ ਕੇ ਕਾਫੀ ਸਾਰੀਆਂ ਚੀਜ਼ਾਂ ਡਿਫਰੈਂਸਿਸ ਦੀ ਚਰਚਾਵਾਂ ਰਹੀਆਂ ਨੇ, ਉਹ ਮੀਡੀਆ ਦੇ ਵਿੱਚ ਸੁਰਖੀਆਂ ਬਣੀਆਂ ਨੇ। ਪਰ ਹੁਣ ਤੁਹਾਨੂੰ ਲੱਗਦਾ ਕਿ ਇਸ ਸਟੇਟਮੈਂਟ ਤੋਂ ਬਾਅਦ ਉਹ ਡਿਫਰੈਂਸਿਸ ਵੱਧ ਸਕਦੇ ਨੇ ਕਿਤੇ ਪੰਜਾਬ ਦੇ ਵਿੱਚ? ਜਿਹੜੀਆਂ ਪਾਰਟੀਆਂ ਉਹਨਾਂ ਦਾ ਆਪਣਾ ਕੰਮ ਕਰਨ ਦਾ ਢੰਗ ਹੁੰਦਾ ਹੈ। ਜੇ ਮਹਾਰਾਸ਼ਟਰ 'ਚ ਸ਼ਿਵ ਸੈਨਾ ਤੇ ਕਾਂਗਰਸ ਰਲ ਸਕਦੇ ਆ, ਕੀ ਕਾਂਗਰਸ ਨੇ ਆਪਦੀ ਡਾਇਲੋਜੀ ਛੱਡਤੀ, ਸ਼ਿਵ ਸੈਨਾ ਨੇ ਛੱਡਤੀ? ਇਸ ਕਰਕੇ ਗੌਰਮੈਂਟਾਂ ਦੇ ਅਲਾਇੰਸ ਵੱਖਰੇ ਨੇ, ਪਾਰਟੀਆਂ ਦੀ ਡਾਇਲੋਜੀ ਵੱਖਰੀ ਹੈ। ਸੋ ਬੀਜੇਪੀ ਆਪਣੇ ਤੌਰ ਤੇ ਪਾਰਟੀ ਦੇ ਤੌਰ ਤੇ ਵਰਕ ਕਰ ਰਹੀ ਹੈ, ਅਕਾਲੀ ਦਲ ਆਪਣੇ ਤੌਰ ਤੇ ਕਰ ਰਿਹਾ ਹੈ। ਸੋ ਇਹਦੇ 'ਚ ਕੋਈ ਮਤਭੇਦ ਵਾਲੀ ਮੈਨੂੰ ਤਾਂ ਕੋਈ ਗੱਲ ਨਜ਼ਰ ਨਹੀਂ ਆਉਂਦੀ, ਕਿਉਂਕਿ ਪਾਲਿਸੀਆਂ ਨਾ ਪੋਕਣੀ। ਬੀਜੇਪੀ ਨੂੰ ਕੋਈ ਰਿਜ਼ੈਂਟਮੈਂਟ ਨਹੀਂ ਹੈ ਕਿਸੇ ਤਰ੍ਹਾਂ ਦੀ ਸਟੇਟਮੈਂਟ ਤੋਂ? ਮੈਨੂੰ ਤਾਂ ਨਹੀਂ ਨਜ਼ਰ ਆਉਂਦੀ। ਠੀਕ ਹੈ ਪੁੰਦਰ ਸਾਹਿਬ, ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਸਾਡੇ ਨਾਲ ਸਮਾਂ ਦੇਣ ਦੇ ਲਈ। ਸੋ ਇਹ ਸਨ ਬਲਵਿੰਦਰ ਸਿੰਘ ਭੁੰਦੜ, ਜਿਨ੍ਹਾਂ ਨੇ ਹਾਲਾਂਕਿ ਜੋ ਵਿਵਾਦ ਸਭ ਤੋਂ ਵੱਡਾ ਸੀਗਾ ਉਸ ਤੇ ਉਹਨਾਂ ਨੇ ਕਿਸੇ ਤਰ੍ਹਾਂ ਦੀ ਕੋਈ ਆਪਣੀ ਖੁੱਲ੍ਹ ਕੇ ਰਾਏ ਨਹੀਂ ਰੱਖੀ। ਉਹ ਕਹਿੰਦੇ ਕਿ ਜਥੇਦਾਰ ਸਾਹਿਬ ਦਾ ਜੋ ਬਿਆਨ ਹੈਗਾ ਉਸ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਕੋਈ ਕਮੈਂਟ ਨਹੀਂ ਕਰੇਗਾ। ਹਾਲਾਂਕਿ ਵਿਰੋਧੀ ਉਹਨਾਂ ਦੇ ਉੱਤੇ ਹਮਲੇ ਜ਼ਰੂਰ ਕਰ ਰਹੇ ਨੇ ਕਿ ਅਕਾਲੀ ਦਲ ਇਸ ਕਮੈਂਟ ਤੋਂ ਬਾਅਦ ਜੋ ਜਥੇਦਾਰ ਸਾਹਿਬ ਦਾ ਸਟੇਟਮੈਂਟ ਹੈਗੀ ਹੈ ਮੀਡੀਆ ਦੇ ਵਿੱਚ ਆਈ, ਉਸ ਤੋਂ ਬਾਅਦ ਉਹ ਖਾਮੋਸ਼ ਕਿਉਂ ਹੈਗੇ ਨੇ। ਪਰ ਅਕਾਲੀ ਦਲ ਦਾ ਸਾਇਲੈਂਸ ਜਿਹੜਾ ਉਹ ਅਜੇ ਵੀ ਬਰਕਰਾਰ ਹੈਗਾ। ਉਹ ਕਹਿ ਰਹੇ ਨੇ ਕਿ ਇਸ ਤੇ ਅਜੇ ਕੋਈ ਕਮੈਂਟ ਉਹ ਨਹੀਂ ਕਰਨਾ ਚਾਹੁੰਦੇ। ਫਿਲਹਾਲ ਪੁੰਦਰ ਸਾਹਿਬ ਬਹੁਤ-ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਸਾਨੂੰ ਸਮਾਂ ਦੇਣ ਦੇ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।